संगत जी ਜਿਹੜੇ ਆਉਂਦੇ ਨੇ ਭਾਵਨਾ ਵਾਸਤੇ ਧਾਰ ਕੇ ਉਹ ਸਿੱਖੀ ਧਾਰਨ ਕਰਦੇ। ਨਾਲ ਦੀ ਨਾਲ ਮਾਝੇ ਚੋਂ ਦੁਆਬੇ ਚੋਂ ਸਾਰੇ ਇਲਾਕਿਆਂ ਵਿੱਚੋਂ ਨੌਜਵਾਨ ਸਤਸੰਗੀ ਅਵਸਥਾ ਵਾਲੇ ਇਕੱਤਰ ਹੋ ਕੇ ਸਤਸੰਗੀ ਯੁਵਾ ਅਵਸਥਾ ਵਾਲੇ ਸਾਰੇ ਮੁੰਡੇ ਗੁਰੂ ਕੀ ਸਿੱਖੀ ਨੂੰ ਸਤਸੰਗੀ ਧਾਰਨ ਵਾਸਤੇ ਖਿੱਚਦੇ ਸਹਿਤ ਆ ਰਹੇ ਨੇ। ਪਰ ਹਨ ਕੌਣ? ਦੇਵ ਲੋਕ ਦੇ ਦੇਵਤੇ ਨੇ ਜਿਨ੍ਹਾਂ ਨੇ ਆ ਕੇ ਖਾਲਸਾ ਜੀ ਲੋਕਾਂ ਦੇ ਘਰਾਂ 'ਚ ਜਨਮ ਧਾਰਿਆ ਹੈ। ਕਿ ਅੱਜ ਵਾਹਿਗੁਰੂ ਨੇ ਕਲਯੁਗ ਦੇ ਜੀਵਾਂ ਦੀ ਕਲਿਆਣ ਵਾਸਤੇ ਗੁਰੂ ਨਾਨਕ ਰੂਪ ਧਾਰਿਆ। ਅਨਕ ਨਾ ਬਿਦ ਤੇ ਜਸ ਮਨ ਸਾਸਾ ਨਾਨਕ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਉਹ ਗੁਰੂ ਨਾਨਕ ਦੇਵ ਜੀ ਨੇ ਪੰਜਾਂ ਜੋਤਾਂ ਤਾਂ ਸ਼ਾਂਤ ਰੂਪ ਰਹੇ, ਅੱਜ ਛੇਵੇਂ ਸਰੂਪ ਦੇ ਅੰਦਰ ਸ਼ਸਤਰ ਧਾਰੀ ਹੋ ਕਰਕੇ ਧਰਮ ਦਾ ਯੁੱਧ ਲੜਨ ਵਾਸਤੇ ਤਿਆਰੀਆਂ ਕਰ ਰਹੇ ਨੇ। ਚਲੋ ਚੱਲ ਕੇ ਆਪਾਂ ਵੀ ਜਨਮ ਧਾਰੀਏ, ਗੁਰੂ ਘਰ ਵਿੱਚ ਸਿੱਖੀ ਪ੍ਰਾਪਤ ਕਰਕੇ ਜਨਮ ਸਫਲਾ ਕਰੀਏ। ਇਹ ਇੱਛਾ ਧਾਰ ਕੇ ਖਾਲਸਾ ਜੀ ਗ੍ਰਸਤੀਆਂ ਦੇ ਘਰਾਂ ਦੇ ਅੰਦਰ ਦੇਵਤਿਆਂ ਨੇ ਜਨਮ ਧਾਰੇ ਨੇ। ਇਸੇ ਕਰਕੇ ਖਾਲਸਾ ਜੀ ਦਾਸ ਪੂਰਵਕ ਵੀ ਕਈ ਵਾਰ ਬਚਨ ਕੀਤੇ ਨੇ, ਗ੍ਰਸਤੀ ਨੂੰ ਧਰਮੀ ਹੋਣਾ ਕਿਉਂ ਜ਼ਰੂਰੀ ਹੈ। ਜਿਹੜੀਆਂ ਪਵਿੱਤਰ ਰੂਹਾਂ ਨੇ ਦੇਹ ਤਾਂ ਭਾਈ ਕਿਤੋਂ ਪ੍ਰਾਪਤ ਕਰਨੀਆਂ ਨਾ। ਜਿਵੇਂ ਸਤ ਸੰਗਤ ਜੀ ਬਾਬਾ ਕਾਲੂ ਜੀ ਦੀ ਜਨਮਾਂ ਜਨਮਾਂ ਦੀ ਸਦਰ ਸੀ ਕਿ ਮੇਰੇ ਘਰ ਵਾਹਿਗੁਰੂ ਆਪ ਅਵਤਾਰ ਧਾਰੇ। ਗੁਰੂ ਨਾਨਕ ਦੇਵ ਜੀ ਸਤ ਸੰਗਤ ਜੀ ਆਪ ਪ੍ਰਗਟ ਹੋਏ। ਇਸੇ ਤਰ੍ਹਾਂ ਜਿਹੜੀਆਂ ਦੇਵਤਿਆਂ ਦੀਆਂ ਰੂਹਾਂ, ਰਿਖੀਆਂ ਮੁਨੀਆਂ ਦੀਆਂ ਰੂਹਾਂ, ਸਰੀਰ ਤਾਂ ਭਾਈ ਸਭ ਦੇ ਦਿਨੋਂ ਦਿਨ ਪੁਰਾਣੇ ਹੋ ਜਾਣੇ। ਨਵਾਂ ਚੋਲਾ ਤਾਂ ਹਰ ਕਿਸੇ ਦਾ ਪਾਉਣ ਨੂੰ ਜੀ ਕਰਦਾ, ਆਪਣਾ ਕਿਹੜਾ ਪਹਿਨਣ ਨੂੰ ਜੀ ਨਹੀਂ ਕਰਦਾ। ਸਤ ਸੰਗਤ ਜੀ ਪੁਰਾਣਾ ਸਰੀਰ ਰੱਖਣ ਨੂੰ ਕਿਹਦਾ ਜੀ ਕਰਦਾ ਹੈ। ਉਹ ਫਿਰ ਰੂਹਾਂ ਸਤ ਸੰਗਤ ਜੀ ਜਦੋਂ ਪਹਿਲਾ ਪੁਰਾਣਾ ਚੋਲਾ ਹੋ ਜਾਂਦਾ ਹੈ, ਦੁਬਾਰਾ ਪ੍ਰਾਪਤ ਕਰਨ ਵਾਸਤੇ ਕਿ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ ਉਹਨਾਂ ਚਿਰ ਮੁਕਤੀ ਨਹੀਂ, ਉਹਨਾਂ ਚਿਰ ਸਰੀਰ ਪ੍ਰਾਪਤ ਲੋੜ ਪੈਂਦੀ ਆ ਪ੍ਰਾਪਤ ਕਰਨ ਦੀ। ਫਿਰ ਉਹ ਰੂਹਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਭਗਤੀ ਕੀਤੀ ਹੈ, ਉਹ ਦੇਖਦੀਆਂ ਦਿਵ ਦ੍ਰਿਸ਼ਟੀ ਨਾਲ ਕੋਈ ਮਾਤ ਲੋਕ 'ਚ ਇਹੋ ਜਿਹੇ ਧਰਮੀ ਗ੍ਰਸਤੀ ਨੇ ਜਿਨ੍ਹਾਂ ਘਰ ਜਨਮ ਧਾਰੀਏ। ਇਹੋ ਜਿਹਾ ਘਰ ਤਾਂ ਨਹੀਂ ਹੋ ਜਿਹੜਾ ਸਾਨੂੰ ਜਨਮਦਿਆਂ ਨੂੰ ਮੂੰਹ ਨੂੰ ਮਾਂ ਕਿਤੇ ਸ਼ਰਾਬ ਦੇ ਮੂੰਹ ਨਾ ਲਾ ਦੇਵੇ। ਸਤ ਸੰਗਤ ਜੀ ਇਸ ਕਰਕੇ ਗ੍ਰਸਤੀ ਲੋਕਾਂ ਨੂੰ ਧਰਮੀ ਹੋਣਾ ਜ਼ਰੂਰੀ ਹੈ। ਉਹਨਾਂ ਦੇ ਘਰਾਂ ਸਤ ਸੰਗਤ ਜੀ ਉਹ ਰੂਹਾਂ ਉਤਰਦੀਆਂ, ਕਈ ਕੁਲਾਂ ਨੂੰ ਤਾਰ ਕੇ ਰਹਿ ਜਾਂਦੀਆਂ ਨੇ। ਅੱਜ ਉਹ ਦੇਵਤੇ ਦੇਵ ਲੋਕ ਵਿੱਚੋਂ ਸਤ ਸੰਗਤ ਜੀ ਸਿੱਖੀ ਧਾਰਨ ਵਾਸਤੇ ਮਾਝੇ ਦੁਆਬੇ ਦੇ ਇਲਾਕੇ ਸਤ ਸੰਗਤ ਜੀ ਪ੍ਰਗਟ ਹੋ ਕਰਕੇ ਗੁਰੂ ਸਾਹਿਬ ਦੀ ਜਾ ਕੇ ਸਿੱਖੀ ਧਾਰੀ, ਜਾ ਕੇ ਸ਼ਸਤਰ ਧਾਰੀ ਹੋਏ ਔਰ ਸੂਰਮੇ ਸਦਵਾ ਰਹੇ ਨੇ। ਨਾਲ ਹੀ ਸਤ ਸੰਗਤ ਜੀ ਆਪਸ ਵਿੱਚ ਹੀ ਕੀ ਬਚਨ ਕਰਦੇ ਨੇ, ਕਹਿੰਦੇ ਬਈ ਸੁਣੇ ਨੇ, ਕਹਿੰਦੇ ਤ੍ਰੇਤੇ ਦੇ ਅੰਦਰ ਰਾਮਚੰਦਰ ਜੀ ਹੋਏ ਨੇ। ਕਹਿੰਦੇ ਬਾਂਦਰਾਂ ਨੂੰ ਸੇਵਕ ਬਣਾ ਕੇ ਬੜੇ ਬੜੇ ਰਾਉਣ ਵਰਗੇ ਜਿਹੜੇ ਜਿੱਤੇ ਨਹੀਂ ਸਜਾਉਂਦੇ ਸਵਰਗ ਨੂੰ ਪੌੜੀਆਂ ਲਾਉਂਦਾ ਸੀ, ਉਹਨਾਂ ਨੂੰ ਜਿੱਤਣਾ ਕੀਤਾ ਬਾਂਦਰਾਂ ਦੀ ਫੌਜ ਦੇ ਨਾਲ। ਅੱਜ ਆਪਾਂ ਨੂੰ ਤਰਕਾਰ ਹੈ, ਆਪਾਂ ਬਾਂਦਰਾਂ ਨਾਲੋਂ ਵੀ ਨੀਚ ਹਾਂ। ਤ੍ਰੇਤੇ ਦੇ ਅੰਦਰ ਆਪ ਪਰਮੇਸ਼ਰ ਨੇ ਭਗਵਾਨ ਰੂਪ ਨੇ ਬਾਂਦਰਾਂ ਨੂੰ ਸੇਵਕ ਬਣਾ ਕੇ ਤਾਰ ਦਿੱਤਾ। ਉਹਨਾਂ ਨੂੰ ਨਾਲ ਰਲਾ ਕੇ ਰਾਖਸ਼ ਵਰਗ ਜਿਹੜੇ ਰੌਣ ਵਰਗੇ ਸੀ ਉਹਨਾਂ ਨੂੰ ਪਨਾਹ ਕਰ ਦਿੱਤਾ, ਜਿੱਤ ਪ੍ਰਾਪਤ ਕੀਤੀ। ਅੱਜ ਕਲਯੁਗ ਦਾ ਸਮਾਂ ਹੈ, ਰੌਣ ਵਰਗੇ ਹੰਕਾਰੀਆਂ ਨਾਲੋਂ ਤੁਰਕ ਘੱਟ ਨਹੀਂ ਹਨ। ਇਹਨਾਂ ਨੂੰ ਨਾਸ਼ ਕਰਨ ਵਾਸਤੇ ਅੱਜ ਗੁਰੂ ਸਾਹਿਬ ਦੀ ਆਪਾਂ ਸਿੱਖੀ ਧਾਰੀ ਸੂਰਮੇ ਬਣਾਇਆ ਮਹਾਰਾਜ ਜੀ ਨੇ ਆਪਾਂ ਨੂੰ। ਅੱਜ ਆਪਾਂ ਬਾਂਦਰਾਂ ਨਾਲੋਂ ਨੀਚਤਾਈ ਨਾ ਧਾਰਨ ਕਰੀਏ। ਜਿੱਥੇ ਸਤਿਗੁਰੂ ਜੀ ਹੁਕਮ ਕਰ ਦੇਣਗੇ ਉੱਥੇ ਹੀ ਸ਼ਹੀਦੀਆਂ ਪਾ ਜੀਏ। ਜੇ ਸਰੀਰ ਲੱਗ ਜੂ ਤਾਂ ਵੀ ਸਫਲ ਹੈ, ਜੇ ਜਿੱਤ ਪ੍ਰਾਪਤ ਹੋ ਜੂ ਦੁਸ਼ਮਣ ਮਾਰੇ ਜਾਣਗੇ ਤਾਂ ਵੀ ਆਪਾਂ ਸਫਲ ਹੈ। ਬਹੁਤ ਹੀ ਖੁਸ਼ੀਆਂ ਧਾਰ ਰਹੇ ਨੇ ਖਾਲਸਾ ਜੀ ਸੂਰਮੇ। ਸੁਪਨੇ ਮਾਤਰ ਵੀ ਮਨ 'ਚ ਡਰ ਨਹੀਂ ਹੈ। ਇਹੋ ਜਿਹੇ ਸੁਨੱਧਬੱਧ ਸੂਰਮੇ ਛੇਵੇਂ ਪਾਤਸ਼ਾਹ ਦੀ ਫੌਜ ਵਿੱਚ ਸਤ ਸੰਗਤ ਜੀ ਪ੍ਰਗਟ ਹੋ ਰਹੇ ਨੇ। ਆਪ ਜੀ ਦਾ ਦਿਨੋਂ ਦਿਨ ਸਰੂਪ ਵੱਧ ਰਿਹਾ ਹੈ। ਸੁੰਦਰ ਸ਼ਸਤਰ ਪਹਿਨਦੇ, ਅਕਾਲ ਤਖਤ ਤੇ ਸਤ ਸੰਗਤ ਜੀ ਬੈਠਦੇ,
ਸ਼ਾਮ ਦੇ ਟਾਈਮ ਅਬਦੁੱਲਾ ਤੇ ਨੱਥਾ ਢਾਡੀ 12 ਸੁਣਾਉਂਦੇ। 9 ਧੁਨਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਛੇਵੇਂ ਪਾਤਸ਼ਾਹ ਨੇ ਚੜਾਈਆਂ। ਸਿਕੰਦਰ ਬ੍ਰਾਹਮ ਕੀ ਧੁਨੀ ਉੱਪਰ ਗਾਵਣੀ, ਇਸੇ ਤਰ੍ਹਾਂ ਮੂਸੇ ਕੀ ਧੁਨੀ ਉੱਪਰ ਗਾਵਣੀ। ਇਹ 9 ਧੁਨਾਂ ਆਪ ਜੀ ਨੇ ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਛੇਵੇਂ ਪਾਤਸ਼ਾਹ ਨੇ ਚਾੜੀਆਂ। ਟੁੰਡੇ ਸਰਾਜੇ ਕੀ ਧੁਨੀ, ਇਸੇ ਤਰ੍ਹਾਂ ਹੋਰ ਵੀ ਸਤ ਸੰਗਤ ਜੀ ਹਨ। ਸੋਹੀਆ ਚੰਦਰੜਾ ਸੋਹੀਆ ਕੀ ਧੁਨੀ, ਸਤ ਸੰਗਤ ਜੀ ਮਾਝ ਰਾਗ ਦੀ ਵਾਰ ਉਸ ਧੁਨੀ ਤੇ ਗਾਇਨ ਕਰਨੀ। ਐਸੇ ਸਤਿਗੁਰੂ ਜੀ ਸਤ ਸੰਗਤ ਜੀ ਜਿਸ ਪ੍ਰਕਾਰ ਇੱਧਰ ਤਿਆਰ ਬਰਤਿਆਰ ਹੋ ਰਹੇ ਨੇ, ਨਾਲੇ ਪਰਨ ਕੀਤਾ ਹੈ ਕਿ ਸਾਰੀ ਦੁਨੀਆ ਦੇ ਜਿੰਨੇ ਪਾਪੀ ਲੋਕ ਪਾਪ ਕਰਦੇ ਉਹ ਸਾਰੇ ਸਾਨੂੰ ਲੱਗਣ। ਜੇ ਚੰਦੂ ਦਾ ਕਾਲਾ ਮੂੰਹ ਨਾ ਕਰੀਏ ਤੇ ਔਰ ਫੜ ਕੇ ਮੁਸ਼ਕਾਂ ਨਾ ਦਈਏ ਤੇ ਛਿੱਤਰ ਮਾਰ ਕੇ ਉਹਦੇ ਸਿਰ 'ਚ ਨੂੰ ਕਮੌਤ ਨਾ ਮਾਰੀਏ। ਇਹ ਪਰਨ ਕੀਤਾ ਹੈ। ਨਾਲ ਹੀ ਇਹ ਜੇ ਤੁਰਕ ਰਾਜ ਦੀਆਂ ਜੜ੍ਹਾਂ ਨਾ ਉਖਾੜੀਏ। ਇਹ ਸਤ ਸੰਗਤ ਜੀ ਖਬਰਾਂ ਸਹਿਜੀ ਸਹਿਜੇ ਦਿੱਲੀ ਨੂੰ ਵੀ ਜਾ ਰਹੀਆਂ ਨੇ। ਪਤਾ ਲੱਗ ਰਿਹਾ ਹੈ ਸਤ ਸੰਗਤ ਜੀ ਜਿਸ ਪ੍ਰਕਾਰ ਇਧਰ ਚੰਦੂ ਚਿੰਤਤ ਹੋ ਰਿਹਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਕੇ ਨੂੰ ਸੁੱਖ ਦੀ ਨੀਂਦ ਨਹੀਂ ਸੌਣਾ ਮਿਲਿਆ। ਪਹਿਲਾਂ ਤਾਂ ਸਤ ਸੰਗਤ ਜੀ ਜਦੇ ਹੀ ਇਹਦੀ ਨਹੁੰ ਚੜਾਈ ਕਰ ਗਈ ਹੈ ਜੋ ਸਿੱਖ ਦੀ ਲੜਕੀ ਸੀ। ਪਹਿਲਾਂ ਹੀ ਘਰ ਵਿੱਚ ਵਿਪਤਾ ਪੈ ਗਈ। ਲੜਕੀ ਕੁਆਰੀ ਹੈ, ਰਾਤ ਨੂੰ ਇਹਨੂੰ ਵੀ ਨੀਂਦ ਨਹੀਂ ਆਉਂਦੀ। ਹੰਕਾਰੀ ਆਦਮੀ ਕਦੇ ਸੁੱਖ ਨਾਲ ਸੌ ਨਹੀਂ ਸਕਦਾ। ਖਾਲਸਾ ਜੀ ਆਪ ਬਿਰਤੀਆਂ ਨੂੰ ਉਕਾਗਰ ਕਰੋ। ਛੇਵੇਂ ਪਾਤਸ਼ਾਹ ਦੀ ਕਥਾ ਸੁਣ ਸਰਵਣ ਕਰੋ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ। ਖਾਲਸਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਇਸ ਬਿਦ ਸਮੂਹ ਬਤਾਏ। ਇਸ ਪ੍ਰਕਾਰ ਫੌਜਾਂ ਤਿਆਰ ਕਰ ਲਈਆਂ। ਦੱਖਣ ਦੇ ਇਲਾਕੇ ਚੋਂ ਕਿਸੇ ਰਾਜੇ ਨੇ ਹਾਥੀ ਭੇਜਿਆ, ਬਹੁਤ ਸਾਰੇ ਘੋੜੇ ਭੇਜੇ। ਮਹਾਰਾਜ ਕਹਿੰਦੇ ਭਾਈ ਸਾਡੇ ਢਾਡੀ ਕਿਤੇ ਥੋੜੇ ਅਦਬ ਦੇ ਕਰਨ ਯੋਗ ਨਹੀਂ ਹਨ। ਅਬਦੁੱਲੇ ਨੂੰ ਹਾਥੀ ਬਖਸ਼ ਦਿੱਤਾ। ਕਹਿੰਦੇ ਅਬਦੁੱਲੇ ਲੈ ਭਾਈ ਤੂੰ ਹਾਥੀ ਤੇ ਸਵਾਰ ਹੋਇਆ ਕਰ। ਐ ਆਪ ਜੀ ਨੇ ਸੋਹਣੇ ਤੋਂ ਸੋਹਣੇ ਲੱਖ ਲੱਖ ਰੁਪਈਏ ਦਾ ਘੋੜਾ ਗੁਰਸਿੱਖਾਂ ਨੂੰ ਚੜ੍ਹਨ ਨੂੰ ਦਿੰਦੇ ਪਏ। ਭਰਿਓ ਮਹਾਬਲ ਦੇਹ ਮੈਂ। ਆਪ ਦੀ ਦੇਹ ਦੇ ਅੰਦਰ ਵੀ ਪਹਿਲਾਂ ਹੀ ਬਲੀ ਨੇ ਸਤ ਸੰਗਤ ਜੀ ਸਰੀਰ ਵਿੱਚ ਬਹੁਤ ਬਲ ਭਰ ਗਿਆ। ਜਿਉਂ ਜਿਉਂ ਜੁਆ ਅਵਸਥਾ ਆਉਂਦੀ ਹੈ। ਦੀਰਘ ਢੀਲ ਸਹਾਏ। ਬਹੁਤ ਹੀ ਸੋਭਨੀ ਉੱਚਾ ਕੱਦ ਹੈ। ਸੋ ਸਾਰੇ ਸੂਰਮੇ ਦੇਖਦੇ ਕਿ ਦੰਗ ਰਹਿੰਦੇ ਨੇ। ਕਹਿੰਦੇ ਸੁਣੇ ਆ ਬਈ ਦੁਆਪਰ ਦੇ ਵਿੱਚ 5 ਪਾਂਡੋ ਹੋਏ। ਉਹ ਕਹਿੰਦੇ ਉਸ ਸਮੇਂ ਦੇ ਆਦਮੀਆਂ ਨਾਲੋਂ ਸਵਾ ਗਿੱਠ ਉੱਚੇ ਸੀਗੇ 5 ਪਾਂਡੋ। ਅੱਜ ਵੀ ਦੇਖੇ ਜਾਂਦੇ ਆ। ਅੱਜ ਦੇ ਸਮੇਂ ਦੇ ਬੰਦਿਆਂ ਨਾਲੋਂ ਛੇਵੇਂ ਪਾਤਸ਼ਾਹ ਸਵਾ ਗਿੱਠ ਉੱਚੇ ਕੱਦ ਵਾਲੇ ਨੇ। ਸਾਰੇ ਸਤ ਸੰਗਤ ਜੀ 10 ਪਾਤਸ਼ਾਹੀਆਂ ਦੇ ਸਰੂਪਾਂ ਵਿੱਚੋਂ ਸਭ ਤੋਂ ਭਾਰਾ ਔਰ ਉੱਚਾ ਕੱਦ ਕਾਠ ਸਤ ਸੰਗਤ ਜੀ ਛੇਵੇਂ ਪਾਤਸ਼ਾਹ ਦਾ ਸੀ। 10ਵੇਂ ਪਾਤਸ਼ਾਹ ਦਾ ਸਰੀਰ ਮਧਰਾ ਸੀ, ਹੌਲੇ ਸੀ ਸਤ ਸੰਗਤ ਜੀ, ਪਤਲਾ ਸਰੀਰ ਸੀ, ਬੜੇ ਛੋਲੇ ਵੀ ਸੀ। ਛਾਲ ਮਾਰ ਕੇ ਹਾਥੀ ਦੇ ਉੱਤੇ ਚੜ ਜਾਇਆ ਕਰਦੇ। ਬਹੁਤ ਸਤ ਸੰਗਤ ਜੀ ਤੇਜ ਤਰਾਟ ਸੀ 10ਵੇਂ ਪਾਤਸ਼ਾਹ। ਚਰਨਾਂ ਨੂੰ ਹੱਥ ਨਹੀਂ ਸੀ ਲੱਗਣ ਦਿੰਦੇ ਕਿਸੇ ਦਾ। ਜੇ ਕੋਈ ਪ੍ਰੇਮੀ ਲਾ ਵੀ ਬੈਠੇ ਬੜੀ ਤੇਜ਼ੀ ਦੇ ਨਾਲ, ਜਿਵੇਂ ਕਰੰਟ ਵੱਜਦਾ ਖਾਲਸਾ ਜੀਆਂ ਵਾਹਿਗੁਰੂ ਦੀਆਂ ਧੁਨਾਂ ਉੱਠ ਕੱਢਦੀਆਂ ਸੀ ਉਹਦੇ ਪ੍ਰੇਮੀ ਦੇ ਰੋਮ ਰੋਮ ਵਿੱਚੋਂ। ਐਡੇ ਵੱਡੇ ਸਤ ਸੰਗਤ ਜੀ ਪ੍ਰਤਾਪ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸਤ ਸੰਗਤ ਜੀ ਉਹਨੇ ਦਰਬਾਰ ਵਿੱਚ ਕਿਹਾ ਸੀ ਕਿ ਕੋਈ ਇਹੋ ਜਿਹਾ ਸਿੰਘ ਹੈ ਜਿਹਨੇ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ। ਕਿਉਂ ਦੇਰ ਹੋ ਚੁੱਕੀ ਸਤ ਸੰਗਤ ਜੀ। ਉਸ ਵੇਲੇ ਸਤ ਸੰਗਤ ਜੀ ਬੜੀ ਖੋਜ ਤੋਂ ਪੜਤਾਲ ਤੋਂ ਬਾਅਦ ਇੱਕ ਨਿਹੰਗ ਸਿੰਘ ਮਿਲਿਆ ਸਤ ਸੰਗਤ ਜੀ। 100 ਸਾਲ ਤੋਂ ਉੱਤੇ ਆਜੂ ਸੀ ਉਸ ਦੀ। ਬਿਰਧ ਅਵਸਥਾ, ਪਿੱਫਣ ਵਧੇ ਹੋਏ, ਬਹੁਤ ਸਤ ਸੰਗਤ ਜੀ ਜਰਜਰੀ ਭੂਤ ਸਰੀਰ ਸੀ। ਪਤਾ ਲੱਗਿਆ ਕਿ ਉਹਨਾਂ ਨੇ 10ਵੇਂ ਪਾਤਸ਼ਾਹ ਦਰਸ਼ਨ ਕੀਤੇ ਨੇ, ਹਲੇ ਹੈਗੇ। ਉਹਨਾਂ ਨੂੰ ਪਾਲਕੀ ਚ ਵਹਾ ਕੇ ਸਤ ਸੰਗਤ ਜੀ ਲਾਹੌਰ ਲਿਆਂਦਾ। ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਬਾਬਾ ਜੀ ਕਿਰਪਾ ਕਰਕੇ ਦੱਸਿਓ ਮਹਾਰਾਜ ਦਾ ਕੋਈ ਬਚਨ। ਉਹ ਕਹਿਣ ਲੱਗੇ ਰਾਜਨ ਕੀ ਪੁੱਛਦਾ, ਦੁਨੀਆ ਦੇ ਗੁਰੂ ਬਥੇਰੇ ਖਮਾਉਂਦੇ ਪਰ 10ਵੇਂ ਪਾਤਸ਼ਾਹ ਦਾ 10ਵੇਂ ਪਾਤਸ਼ਾਹ ਹੀ ਸੀ। ਕਹਿੰਦੇ ਕੋਈ ਬਚਨ ਸੁਣਾਓ। ਕਹਿੰਦੇ ਬਚਨ ਕੀ ਸੁਣਾਈਏ, ਚਰਨਾਂ ਨੂੰ ਹੱਥ ਨਹੀਂ ਸੀ ਲੱਗਣ ਦਿੰਦੇ। ਮਹਾਰਾਜ ਕਹਿੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦੇ ਸੀ। ਸਿੰਘ ਨੂੰ ਤਿਆਰ ਬਰਤਿਆਰ ਲੋਚਦੇ ਸੀ। ਸ਼ਸਤਰਧਾਰੀ ਸੁਨਵੱਧ ਹੋ ਕੇ ਆਉਣ ਦੀ ਆਗਿਆ ਸੀ ਦੀਵਾਨ ਦੇ ਅੰਦਰ।
ਜੇ ਕੋਈ ਭਾਵਨਾ ਨਾਲ ਕੋਈ ਚਰਨਾਂ ਨੂੰ ਮਾੜਾ ਜਾਂ ਕੋਈ ਸ਼ੋਕ ਹੋ ਜਾਂਦਾ, ਜਿਵੇਂ ਕਰੰਟ ਵੱਜਦਾ ਹੈ ਬਿਜਲੀ ਦਾ, ਐਂ ਕਹਿੰਦੇ ਵਾਹਿਗੁਰੂ ਦੇ ਝਨਾਟੇ ਛੁੱਟ ਪੈਂਦੇ ਸੀ। ਐਡਾ ਵੱਡਾ ਪ੍ਰਤਾਪ ਦਸਵੇਂ ਪਾਤਸ਼ਾਹ ਦਾ ਸੀ। ਸੋ ਖਾਲਸਾ ਜੀ, ਐਸੇ ਸਤਿਗੁਰਾਂ ਨੇ ਆ ਗੁਰਸਿੱਖੀ ਫੁਲਵਾੜੀ ਪ੍ਰਗਟ ਕੀਤੀ ਹੈ। ਸੋ ਛੇਵੇਂ ਪਾਤਸ਼ਾਹ ਸਤ ਸੰਜੀ ਬੜੇ ਕੱਦ ਕਾਠ ਵਾਲੇ ਹਨ। ਜਿਸ ਪ੍ਰਕਾਰ ਕਥਾ ਹੈ ਸੁਣੋ। ਚੌਪਈ ਉਤ ਚੰਦੂ ਕੀ ਸੁਣੋ ਕਹਾਣੀ। ਉਧਰ ਸੁਣੋ ਸਤ ਸੰਗਤ ਜੀ, ਚੰਦੂ ਦੀ ਕਿਸ ਪ੍ਰਕਾਰ ਕਹਾਣੀ ਹੈ। ਮਹਾਪਾਤ ਕੀ ਮਤਿ ਉਰਹਾਨੀ। ਬਹੁਤ ਹੀ